ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਵਾਹਿਗੁਰੂ ਪਰਮਾਤਮਾ ਜੀ ਨੇ ਬਖਸ਼ਿਸ਼ ਕੀਤੀ ਆ ਇਸ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਭਾਈ ਸਮਾਂ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਦੱਸਦੇ ਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਪਰਮਾਤਮਾ ਜਿਹੜਾ ਪਕੜ ਤੋਂ ਪਰੇ ਆ, ਉਹ ਪਰਮੇਸ਼ਰ ਪਰਮਾਤਮਾ ਸਰਬ ਵਿਆਪਕ ਸਤਿਗੁਰੂ ਦੇ ਪ੍ਰਸ਼ਾਦ ਦੁਆਰਾ ਪ੍ਰਾਪਤ ਹੁੰਦਾ ਔਰ ਸਤਿਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰਨ ਵਾਸਤੇ ਅਧਿਕਾਰੀ ਬਣਨਾ ਪੈਂਦਾ ਔਰ ਅਧਿਕਾਰੀ ਬਣਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ 'ਚ ਉਪਦੇਸ਼ ਕਰਦੇ ਆ। ਜਿਹ ਸਿਮਰਤ ਗਤ ਪਾਈਏ ਤੇ ਭਜ ਰੇ ਤੇ ਮੀਤ ਕਹੋ ਨਾਨਕ ਸੁਨ ਰੇ ਮਨ ਔਦ ਘਟਤ ਹੈ ਨੀਤ। ਸਾਧ ਸੰਗਤ, ਇੱਥੇ ਮਹਾਰਾਜ ਗਤ ਦੀ ਗੱਲ ਕਰਦੇ ਆ ਔਰ ਕਰਮ ਧਰਮ ਸੇਵਾ ਸਿਮਰਨ ਕਰਨ ਦੇ ਨਾਲ ਗਤੀ ਹੁੰਦੀ ਹੈ ਔਰ ਸੇਵਾ ਸਿਮਰਨ ਕਰਨ ਵਾਲੇ ਪਾਸੇ ਹੀ ਚੱਲਣਾ ਚਾਹੀਦਾ, ਇਹਦੇ ਨਾਲ ਹੀ ਜੀਵ ਦੀ ਗਤੀ ਹੁੰਦੀ ਹੈ। ਸੋ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਇੱਕ ਗਤੀ ਹੁੰਦੀ ਹੈ ਤੇ ਇੱਕ ਦੁਰਗਤੀ ਹੁੰਦੀ ਹੈ। ਸ਼ੰਕੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਜਦੋਂ ਜਿਹੜਾ ਸ਼ੰਕਾ ਹੁੰਦਾ ਹੈ ਨਾ, ਇਹ ਦੁਰਗਤੀ ਕਰ ਦਿੰਦਾ, ਮਲੀਨ ਕਰ ਦਿੰਦਾ। ਪਹਿਲੋਂ ਜੀਵ ਨੂੰ ਮਲੀਨ ਕਰਦਾ, ਫਿਰ ਜੀਵਨ ਮਲੀਨ ਕਰ ਦਿੰਦਾ। ਘਰ ਦੇ ਵਿੱਚ ਸ਼ੰਕਾ ਹੋ ਜਾਣਾ, ਪਰਿਵਾਰ ਦੇ ਵਿੱਚ ਸ਼ੰਕਾ ਹੋ ਜਾਣਾ, ਦੋਸਤਾਂ ਮਿੱਤਰਾਂ 'ਚ ਸ਼ੰਕਾ ਹੋ ਜਾਣਾ, ਤੇ ਇਹ ਜੀਵਨ ਵੀ ਸ਼ੰਕਾ ਹੀ ਆ। ਸੰਸਾਰ ਸ਼ੰਕੇ ਨੂੰ ਹੀ ਕਹਿੰਦੇ ਨੇ। ਇਹ ਸੰਸਾਰ ਵਿਕਾਰ ਸੰਸਹਿ ਮੈਂ ਤਰਿਓ ਬ੍ਰਹਮ ਗਿਆਨੀ। ਸੰਸਾਰ ਵੀ ਸ਼ੰਕਿਆਂ ਦਾ ਹੀ ਆ। ਕੌਣ ਕਿੱਧਰ ਨੂੰ ਜਾ ਰਿਹਾ, ਕੌਣ ਕਿੱਧਰੋਂ ਆ ਰਿਹਾ, ਕੋਈ ਪਤਾ ਨਹੀਂ। ਸ਼ੰਕਾ ਹੀ ਆ। ਇਹ ਸੱਚਾ ਲੱਗਦਾ ਪਰ ਹੈਗਾ ਝੂਠਾ ਵਾ, ਇਹ ਵੀ ਸ਼ੰਕਾ ਹੀ ਆ। ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਘਰ ਦੇ ਵਿੱਚ ਵਾਦ ਤੇ ਸੰਵਾਦ ਹੋਣਾ ਚਾਹੀਦਾ। ਜੇ ਪਤੀ ਪਤਨੀ ਪ੍ਰਸ਼ਨ ਕਰਦਾ ਤੇ ਦੂਸਰਾ ਉੱਤਰ ਦੇਵੇ, ਇੱਕ ਪ੍ਰਸ਼ਨ ਕਰਦਾ ਦੂਸਰਾ ਉੱਤਰ ਦੇਵੇ। ਵਾਦ ਤੇ ਸੰਵਾਦ ਇਹ ਗਤੀ ਦਾ ਪ੍ਰਤੀਕ ਹੁੰਦਾ ਵਾ। ਤੇ ਜਿੱਥੇ ਵਾਦ ਤੇ ਵਿਵਾਦ ਹੋ ਜਾਵੇ ਉਹ ਦੁਰਗਤੀ ਹੁੰਦੀ ਹੈ, ਦੁਰਗਤੀ ਹੁੰਦੀ ਹੈ। ਮੈਂ ਨਹੀਂ ਉੱਤਰ ਦੇਣਾ, ਮੈਂ ਤੇ ਤੂੰ ਪੁੱਛਿਆ ਤੇ ਪੁੱਛਿਆ ਹੀ ਕਿਉਂ ਆ। ਇਸ ਕਰਕੇ ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਕਿ ਜਹਾਂ ਸੁਮਤੀ ਤਹਾਂ ਸੰਪਤ ਨਾਨਾ, ਜਹਾਂ ਕੁਮਤੀ ਤਹਾਂ ਵਿਪਤ ਨਿਧਾਨਾ, ਵਿਪਤ ਨਿਧਾਨਾ। ਕਿ ਜਿੱਥੇ ਪਰਿਵਾਰ ਦੇ ਮੈਂਬਰਾਂ ਦੀ ਆਪਸ ਵਿੱਚ ਹੀ ਸਲਾਹ ਹੋਵੇ, ਇੱਕ ਦੂਸਰੇ ਦੀ ਇੱਜ਼ਤ ਹੋਵੇ, ਰਿਸਪੈਕਟ ਹੋਵੇ, ਉਸ ਘਰ ਦੇ ਵਿੱਚ ਨਾਨਾ ਪ੍ਰਕਾਰ ਦੀ ਸੰਪਦਾ ਆਉਂਦੀ ਆ। ਤੇ ਕੋਈ ਵੀ ਚੀਜ਼ ਰੁਕਦੀ ਨਹੀਂ, ਖਾਣਾ ਪੀਣਾ, ਘਰ ਦਾ ਖਰਚਾ ਜੋ ਵੀ ਆ ਉਹ ਰੁਕਦਾ ਨਹੀਂ। ਤੇ ਜਹਾਂ ਕੁਮਤੀ ਤਹਾਂ ਵਿਪਤ ਨਿਧਾਨਾ, ਜਿੱਥੇ ਹਰੇਕ ਦੀ ਬੁੱਧੀ ਵੱਖਰੀ ਵੱਖਰੀ ਹੋਵੇ, ਵੱਖਰੀ ਵੱਖਰੀ ਵਿਚਾਰ ਹੋਵੇ, ਆਪਣਾ ਆਪਣਾ ਰਸਤਾ ਹੋਵੇ, ਤੇ ਸਾਧ ਸੰਗਤ ਉੱਥੇ ਫਿਰ ਵਿਪਤਾ ਆਉਂਦੀ ਆ। ਤਾਂ ਮਹਾਰਾਜ ਕਹਿੰਦੇ ਨੇ ਕਿ ਸਾਰਾ ਘਰ ਜਿਹੜਾ ਬਰਬਾਦ ਹੋ ਜਾਂਦਾ। ਇਹੋ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਹਮੇਸ਼ਾ ਗੁਰੂ ਤੇ ਚੇਲੇ ਨੂੰ ਮਿੱਤਰ ਬਣ ਕੇ ਰਹਿਣਾ ਚਾਹੀਦਾ। ਤੇ 15 ਸਾਲ ਦਾ ਜਦੋਂ ਪੁੱਤ ਹੋ ਜਾਵੇ ਤੇ ਪੁੱਤ ਦੇ ਨਾਲ ਵੀ ਫਿਰ ਮਿੱਤਰਤਾ ਵਾਲਾ ਪਿਤਾ ਨੂੰ ਆਪਣਾ ਸੰਬੰਧ ਬਣਾਉਣਾ ਚਾਹੀਦਾ, ਮਿੱਤਰਾਂ ਵਰਗਾ। ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ ਪਾਇਆ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨੋ ਹਿੰਗੋ ਫੇਰਾ। ਇਹਨੂੰ ਕਹਿੰਦੇ ਨੇ ਗਤੀ। ਸਰੀਰ ਨੂੰ ਘਰ ਮਿਲ ਜਾਏ ਤੇ ਗਤੀ ਹੋ ਗਈ, ਸਰੀਰ ਦੀ ਗਤੀ ਹੋ ਗਈ। ਲੇਕਿਨ ਜਿਹੜਾ ਅੰਦਰ ਜੀਵ ਆ ਉਹਨੂੰ ਤਾਂ ਘਰ ਮਿਲਿਆ ਹੀ ਨਹੀਂ, ਉਹ ਤੇ ਭਟਕਦਾ ਹੈਗਾ, ਉਹਦੀ ਦੁਰਗਤੀ ਆ। ਸਰੀਰ ਦੀ ਗਤੀ ਵਾਸਤੇ ਤੇ ਮਨੁੱਖ ਨੇ 100 ਸਾਧਨ ਬਣਾ ਲਏ ਆ। ਸੁਵਿਧਾ ਵਾਸਤੇ ਘਰ ਬਾਰ, ਕੋਠੀ, ਕਾਰ, ਸਰੀਰ ਦੀ ਗਤੀ ਤੇ ਹੋ ਗਈ ਆ। ਲੇਕਿਨ ਜਿਹੜਾ ਸਰੀਰ ਦੇ ਵਿੱਚ ਜੀਵ ਆ ਭਟਕਦਾ ਫਿਰਦਾ ਵਾ, ਉਸ ਜੀਵ ਨੂੰ ਘਰ ਨਹੀਂ ਮਿਲਿਆ। ਤੋ ਉਹ ਜੀਵ ਭਟਕਦਾ। ਤੋ ਮਹਾਰਾਜ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਿ ਭਾਈ ਤੂੰ ਆਪਣਾ ਮੂਲ ਪਛਾਣ ਕਿ ਤੂੰ ਕੀ ਆ। ਤੂੰ ਪ੍ਰਮਾਤਮਾ ਦਾ ਰੂਪ ਆ। ਭਾਈ ਪ੍ਰਾਪਤ ਮਾਨੁਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਇਹੋ ਹੀ ਤੇਰਾ ਅਵਸਰ, ਇਹੋ ਹੀ ਤੇਰੀ ਬਾਰ। ਘਟ ਪੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਘਿਆਰ, ਬਹੁਤ ਜਿੱਦ ਕਰੇ ਪੁਕਾਰ ਪੁਕਾਰ। ਕਹਿੰਦੇ ਇਹ ਜਿਹੜੀ ਤੇਰੀ ਉਮਰ ਹੈ ਨਾ, ਉਸ ਗਤੀ ਨੂੰ ਪ੍ਰਾਪਤ ਕਰਨ ਦੀ ਆ, ਜਿਹੜੀ ਗਤੀ ਨੂੰ ਪਰਮਾਤਮਾ ਜੀ ਦਾ ਉਪਦੇਸ਼ ਆ ਕਿ ਪ੍ਰਾਪਤ ਕਰਨੀ ਹੈ ਜੀਵ। ਔਰ ਇਸ ਮਨੁੱਖਾ ਦੇਹੀ ਦੇ ਵਿੱਚ ਹੀ ਤੂੰ ਉਸ ਗਤੀ ਨੂੰ ਪ੍ਰਾਪਤ ਕਰ ਸਕਦਾ, ਜਿੱਥੇ ਤੇਰਾ ਮਨ ਜਿਹੜਾ ਹੈਗਾ ਨਾ, ਕਬੀਰ ਮੁਕਤ ਦੁਆਰਾ ਮੋਖਲਾ ਰਾਵੀ ਦਸਵੇਂ ਦਵਾਰ। ਤੋ ਕਹਿੰਦੇ ਨੇ ਕਿ ਮੇਰਾ ਜਿਹੜਾ ਮਨ ਆ ਉਹ ਇੰਨਾ ਖੁੱਲ੍ਹਾ ਹੋ ਗਿਆ ਮੁਕਤੀ ਦੇ ਵਿੱਚ ਕਿ ਮੋਖਲਾ ਹੋ ਗਿਆ। ਤੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਸੀ ਤੇ ਉਦੋਂ ਇਹ ਰਸਤਾ ਭੀੜਾ ਸੀਗਾ, ਸ਼ੰਕਾ ਨਿਵਰਤ ਹੋ ਗਿਆ। ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਆਵਨ ਆਏ ਸ੍ਰਿਸ਼ਟ ਮਹਿ, ਬਿਨ ਬੂਝੇ ਪਸਟੋਰ। ਨਾਨਕ ਗੁਰਮੁਖ ਸੇ ਬੁਝੇ, ਜਾਂ ਕੇ ਭਾਗ ਮਥੁਰ। ਸ੍ਰਿਸ਼ਟੀ ਦੇ ਵਿੱਚ ਤੇ ਮਨੁੱਖ ਆਇਆ ਸੀ ਨਾ ਪਰਮਾਤਮਾ ਨੂੰ ਬੁੱਝਣ ਵਾਸਤੇ ਕਿ ਮੇਰਾ ਸਰੂਪ ਕੀ ਆ, ਮੇਰਾ ਲਕਸ਼ ਕੀ ਆ, ਮੇਰਾ ਰੂਪ ਕੀ ਆ, ਮੈਂ ਕੀ ਕਰਨ ਵਾਸਤੇ ਆਇਆ ਵਾਂ। ਇਹ ਦੇਹੀ ਨੂੰ ਆਪਣੀ ਸਮਝਦਾ ਕਿ ਮੇਰਾ ਸਰੀਰ ਆ, ਇਹ ਮੇਰਾ ਸਰੀਰ ਆ, ਇਹਦੇ ਵਿੱਚ ਹੰਕਤਾ ਮੰਗਤਾ ਵਾ। ਮਹਾਰਾਜ ਕਹਿੰਦੇ ਤੇਰਾ ਸਰੀਰ ਨਹੀਂ ਹੈਗਾ, ਕਹਿੰਦਾ ਨਹੀਂ ਮੇਰਾ ਸਰੀਰ ਆ। ਤੇ ਭਾਈ ਜੇ ਤੇਰਾ ਸਰੀਰ ਹੋਵੇ ਤੇ ਤੇਰੇ ਕਹਿਣੇ 'ਚ ਚੱਲੇ। ਇਹ ਤੇ ਬੱਚੇ ਤੋਂ ਜਵਾਨ ਹੋ ਗਿਆ, ਜਵਾਨ ਤੋਂ ਦਿਹਾੜੀ ਆ ਗਈ, ਦਿਹਾੜੀ ਤੋਂ ਬੁਢੇਪਾ ਆ ਗਿਆ, ਤੂੰ ਰੋਕ ਨਹੀਂ ਸਕਿਆ। ਤੂੰ ਕਿੱਦਾਂ ਕਹਿਣਾ ਕਿ ਮੇਰਾ ਸਰੀਰ ਆ। ਜੇ ਤੇਰਾ ਸਰੀਰ ਆ ਤੇ ਤੇਰੇ ਦੇਖਦਿਆਂ ਦੇਖਦਿਆਂ ਤੇਰੇ ਦੰਦ ਟੁੱਟ ਕੇ ਦਾੜਾਂ ਗਲ ਗਈਆਂ, ਤੂੰ ਇਹਨਾਂ ਨੂੰ ਰੋਕ ਨਹੀਂ ਸਕਿਆ। ਇਹ ਤੇਰੇ ਕਿੱਦਾਂ ਹੋ ਸਕਦੇ ਆ, ਜੇ ਤੇਰੇ ਹੁੰਦੇ ਤੇ ਤੇਰੇ ਆਖੇ ਨਾ ਲੱਗਦੇ। ਤੇ ਮਹਾਰਾਜ ਕਹਿੰਦੇ ਕਿ ਨੇਤਰਾਂ ਦੀ ਜੋਤੀ ਤੇਰੇ ਦੇਖਦਿਆਂ ਦੇਖਦਿਆਂ ਘਟ ਗਈ ਆ। ਜੇ ਤੇਰੀਆਂ ਅੱਖਾਂ ਹੁੰਦੀਆਂ ਤੇ ਤੇਰੇ ਆਖੇ ਨਾ ਲੱਗਦੀਆਂ, ਕਿਉਂ ਘਟਦੀ ਇਹਨਾਂ ਦੀ ਨੇਤਰ ਜੋਤੀ। ਭੋਗ ਬਲਾਸ ਸਭ ਕੁਝ ਹੀ ਖਤਮ ਹੋ ਗਿਆ। ਜੇ ਤੇਰੇ ਆਖੇ ਲੱਗਦਾ ਸਰੀਰ ਤੇ ਫਿਰ ਤੇਰੀ ਤਾਕਤ ਖਤਮ ਕਿਉਂ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਤੇਰਾ ਸਰੀਰ ਹੀ ਨਹੀਂ ਹੈਗਾ,
ਤੂੰ ਤੇ ਬ੍ਰਹਮ ਆ, ਤੂੰ ਵਾਹਿਗੁਰੂ ਪ੍ਰਮਾਤਮਾ ਜੀ ਦਾ ਸਰੂਪ ਆ। ਇਹ ਬੁੱਝਣਾ ਸੀਗਾ, ਜੇ ਬੁੱਝਿਆ ਤੇ ਫਿਰ ਤੂੰ ਪ੍ਰਮਾਤਮਾ ਦਾ ਰੂਪ ਆ, ਨਹੀਂ ਤੇ ਫਿਰ ਪਸ਼ੂ ਆ। ਉਹ ਵੀ ਪਸ਼ੂ ਜਿਹੜਾ ਢੋਰ ਪਸ਼ੂ ਹੁੰਦਾ। ਤਾਂ ਮਹਾਰਾਜ ਕਹਿੰਦੇ ਉਹੋ ਹੀ ਬੁੱਝਦਾ ਜਿਹਦੇ ਮੱਥੇ ਦੇ ਭਾਗ ਚੰਗੇ ਨੇ, ਜਿਹਨੇ ਕੁਛ ਉਦਮ ਕੀਤਾ। ਉਦਮ ਕਰਿੰਦਿਆਂ ਜੀਵ ਤੋਂ ਕਮਾਵਦਿਆਂ ਸੁਖ ਪੁੰਚ। ਤੋ ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਜੀਵਨ ਦੇ ਵਿੱਚ ਜਿਹੜੀ ਮਰਿਆਦਾ ਹੁੰਦੀ ਆ, ਇਹੋ ਹੀ ਸਭ ਤੋਂ ਵੱਡਾ ਸੁਖ ਹੁੰਦਾ। ਤੇ ਮਰਿਆਦਾ ਹੀ ਪਰਮੇਸ਼ਰ ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਕਾਰਨ ਬਣਦੀ ਆ। ਕਹਿੰਦੇ ਜਿਸ ਤਰ੍ਹਾਂ ਆਕਾਸ਼ ਦੇ ਵਿੱਚ 9 ਗ੍ਰਹਿ ਆ, ਸੂਰਜ ਦੇ ਦੁਆਲੇ ਦੁਆਲੇ ਘੁੰਮਦੇ ਆ, ਕਰੋੜਾਂ ਸਾਲ ਹੋ ਗਏ ਆ, ਇੱਕ ਦੂਸਰੇ ਦੇ ਵਿੱਚ ਟਕਰਾਏ ਨਹੀਂ। ਨਾ ਕੋਈ ਇਹਨਾਂ ਦੇ ਵਿੱਚ ਗੈਸ ਪੈਂਦੀ, ਨਾ ਇਹਨਾਂ 'ਚ ਤੇਲ ਪੈਂਦਾ। ਤੇ ਇਹ ਸੂਰਜ ਦੀਆਂ ਪਰਿਕਰਮਾ ਗੇੜੇ ਕੱਢੀ ਤੁਰੇ ਜਾਂਦੇ ਨੇ। ਉਹ ਵੀ ਇੱਕੋ ਹੀ ਰਫ਼ਤਾਰ ਦੇ ਉੱਤੇ, ਜਿਸ ਰਫ਼ਤਾਰ ਦੇ ਉੱਤੇ ਪ੍ਰਮਾਤਮਾ ਨੇ ਇਹਨਾਂ ਦੀ ਰਫ਼ਤਾਰ ਬੰਨ੍ਹ ਦਿੱਤੀ ਆ। ਤੇ ਆਪਣੀ ਰਫ਼ਤਾਰ ਦੇ ਵਿੱਚ ਚੱਲਦੇ ਨੇ, ਆਪਣੀ ਮਰਿਆਦਾ 'ਚ ਚੱਲਦੇ ਨੇ, ਤੇ ਕਰੋੜਾਂ ਸਾਲ ਹੋ ਗਏ ਆ। ਇਹੋ ਹੀ ਇਹਨਾਂ ਦੀ ਗਤੀ ਆ ਕਿ ਇਹ ਕਦੀ ਟਕਰਾਏ ਨਹੀਂ। ਸੋ ਮਹਾਰਾਜ ਕਹਿੰਦੇ ਆ ਕਿ ਭਾਈ ਇਸੇ ਤਰ੍ਹਾਂ ਹੀ ਘਰ ਦੇ ਜਿਹੜੇ ਮੈਂਬਰ ਹੁੰਦੇ ਆ, ਉਹ ਵੀ ਗ੍ਰਹਿ ਹੀ ਹੁੰਦੇ ਆ। ਜਦ ਉਹ ਘਰ ਦੇ ਮੈਂਬਰ ਮਰਿਆਦਾ 'ਚ ਚੱਲਣ, ਮਰਿਆਦਾ 'ਚ ਚੱਲਣ, ਧਰਮ ਦੇ ਉੱਤੇ ਚੱਲਣ, ਤੇ ਫਿਰ ਘਰ ਦੇ ਵਿੱਚ ਵੀ ਉਹ ਸਦਾ ਹੀ ਸੁਖੀ ਰਹਿਣਗੇ, ਉਹਨਾਂ ਦੀ ਗਤੀ ਹੋ ਜਾਵੇਗੀ। ਤੇ ਜੇ ਆਪਸ ਵਿੱਚ ਹੀ ਇੱਕ ਦੂਸਰੇ ਦੇ ਨਾਲ ਨਹੀਂ ਬਣੂਗੀ, ਨਹੀਂ ਵਿਚਾਰ ਰਲੂਗਾ, ਤੇ ਵਿਚਾਰ ਟਕਰਾਊਗਾ ਤੇ ਫਿਰ ਦੁਰਗਤੀ ਹੋ ਜਾਂਦੀ ਹੈ। ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਹਫ਼ਤੇ ਦੇ ਵਿੱਚ 7 ਵਾਰ ਹੁੰਦੇ ਆ। ਹਫ਼ਤੇ ਦੇ ਵਿੱਚ 7 ਵਾਰ ਹੁੰਦੇ ਆ, ਐਤਵਾਰ, ਸੋਮਵਾਰ, ਇਸ ਤਰ੍ਹਾਂ ਕਰਕੇ 7 ਵਾਰ ਹੁੰਦੇ ਆ। ਤੇ 8ਵਾਂ ਇੱਕ ਹੋਰ ਵਾਰ ਹੁੰਦਾ ਵਾ। ਉਹ ਕਿਹੜਾ ਵਾਰ ਹੁੰਦਾ ਵਾ? 8ਵਾਂ ਵਾਰ ਹੁੰਦਾ ਵਾ ਸਾਧ ਸੰਗਤ ਜੀ ਪਰਵਾਰ। ਪਰਿਵਾਰ ਜਿਹੜਾ ਹੁੰਦਾ, ਇਹ ਵੀ ਇੱਕ ਵਾਰ ਹੁੰਦਾ। ਤੋ ਜਦੀ ਪਰਿਵਾਰ ਜਿਹੜਾ ਹੈਗਾ, ਉਹਦੀ ਆਪਸ ਵਿੱਚ ਹੀ ਏਕਤਾ ਵਾ, ਸ਼ਾਂਤੀ ਆ, ਇੱਕ ਦੂਸਰੇ ਦੀ ਇੱਜ਼ਤ ਕਰਦੇ ਆ, ਇੱਕ ਦੂਸਰੇ ਦੀ ਰਿਸਪੈਕਟ ਕਰਦੇ ਆ, ਭਾਣਾ ਮੰਨਦੇ ਆ, ਹੁਕਮ ਮੰਨਦੇ ਆ, ਧਰਮ ਦੇ ਵਿੱਚ ਚੱਲਦੇ ਆ। ਤੇ ਫਿਰ ਉਹਦੇ ਵਾਸਤੇ ਸਾਰੇ ਵਾਰ ਹੀ ਸ਼ੁਭ ਆ। ਤੇ ਜਦੀ ਪਰਿਵਾਰ ਦੇ ਮੈਂਬਰ ਜਿਹੜੇ ਨੇ, ਉਹਨਾਂ ਦੀ ਆਪਣੀ ਆਪਣੀ ਹੀ ਸਲਾਹ ਵਾ, ਆਪਣੇ ਆਪਣੇ ਪਾਸੇ ਮੂੰਹ ਆ, ਤੇ ਫਿਰ ਸਾਰੇ ਦਿਨ ਹੀ ਉਹਨਾਂ ਦੇ ਵਾਸਤੇ ਅਸ਼ੁਭ ਆ। ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਧਨ ਦੌਲਤ ਦੇ ਨਾਲ ਗਤੀ ਨਹੀਂ ਹੁੰਦੀ। ਧਨ ਦੌਲਤ ਪਿੱਛੇ ਜੀਵ ਬਹੁਤ ਜ਼ਿਆਦਾ ਭੱਜਦਾ। ਅਰਬ ਖਰਬ ਮਾਇਆ ਮਿਲੇ ਸੁਤੇ ਅਸਤ ਕੋ ਰਾਜ, ਤੁਲਸੀ ਹਰ ਕੇ ਨਾਮ ਬਿਨ ਸਭੇ ਨਰਕਾ ਸਾਜ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਤੇ ਆਨ ਲਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇੜਾ ਤੇਰੇ ਜੀ ਪੇ ਲੀਜੇ। ਸੋ ਜਿਸ ਤਰ੍ਹਾਂ ਸੰਸਾਰ ਦੇ ਧਨ ਪਦਾਰਥ ਨੂੰ ਪ੍ਰਾਪਤ ਕਰਨ ਵਾਸਤੇ ਛਲ ਕਪਟ ਦਾ ਸਹਾਰਾ ਲੈਂਦਾ ਵਾ, ਤੋ ਮਹਾਰਾਜ ਕਹਿੰਦੇ ਉਹਦੇ ਨਾਲ ਇਹ ਧਨ ਜਿਹੜਾ ਮਿਲਿਆ ਹੋਇਆ, ਉਹਦੇ ਨਾਲ ਇਹਦੀ ਦੁਰਗਤੀ ਹੋ ਜਾਂਦੀ ਆ। ਸੋ ਹਮੇਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਦੇ ਵਿੱਚ ਹੀ ਚੱਲਣਾ ਚਾਹੀਦਾ, ਧਰਮ ਦੇ ਵਿੱਚ ਚੱਲਣਾ ਚਾਹੀਦਾ। ਇਹਦੇ ਨਾਲ ਹੀ ਸਦਗਤੀ ਹੁੰਦੀ ਆ। ਕਹੋ ਨਾਨਕ ਸੁਨ ਰੇ ਮਨਾ, ਔਦ ਘਟਤ ਹੈ ਨੀਤ। ਸਾਧ ਸੰਗਤ ਆਪਣੇ ਮਨ ਨੂੰ ਇਹ ਸੁਣਾ ਲੈ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਔਦ ਘਟੇ ਦਿਨ ਸਰੈਣਾ ਰੇ, ਮੁਨ ਮਿਲ ਗੁਰ ਮਿਲ ਕਾਜ ਸਵਾਰੇ। ਸਾਧ ਸੰਗਤ ਦਿਨੋਂ ਦਿਨ ਇਹ ਜਿਹੜੀ ਔਧ ਆ,
ਔ ਦਾ ਮਤਲਬ ਦਾ ਉਮਰ, ਦਿਨੋਂ ਦਿਨ ਉਮਰ ਘਟ ਰਹੀ ਹੈ। ਜੀਵ ਸਮਝਦਾ ਕਿ ਮੇਰੀ ਉਮਰ ਵੱਧ ਰਹੀ ਆ, ਲੇਕਿਨ ਜੋ ਉਹਨੂੰ ਖਾਤਾ ਮਿਲਿਆ ਸਵਾਸਾਂ ਦਾ, ਉਸ ਖਾਤੇ ਦੇ ਵਿੱਚੋਂ ਸਵਾਸ ਨਿਕਲ ਰਹੇ ਆ, ਪੂੰਜੀ ਘਟ ਰਹੀ ਆ ਸਵਾਸਾਂ ਦੀ। ਤਾਂ ਮਹਾਰਾਜ ਕਹਿੰਦੇ ਨੇ ਇਉਂ ਘਟ ਰਹੇ ਨੇ ਜਿਵੇਂ ਘੜਾ ਫੁੱਟਿਆ ਹੋਵੇ ਤੇ ਪਾਣੀ ਦੀ ਬੂੰਦ ਬੂੰਦ ਕਰਕੇ ਨਿਕਲਦੀ ਆ। ਸਮਾਂ ਲੱਗ ਜਾਂਦਾ ਪਰ ਹੌਲੀ ਹੌਲੀ ਘੜਾ ਖਾਲੀ ਹੋ ਜਾਂਦਾ ਵਾ। ਇਹੋ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਔਧ ਜਿਹੜੀ ਹੈਗੀ ਆ ਇਹ ਤੇਰੀ ਬੀਤਦੀ ਜਾਂਦੀ ਆ, ਪਰ ਤੂੰ ਜੋ ਕਰਨਾ ਸੀਗਾ ਉਹ ਕੀਤਾ ਨਹੀਂ। ਇਸੇ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਆ ਇਹ ਸਰਕ ਇਤੀ ਸਾਰ ਆ। ਜਿਵੇਂ ਸੁੱਕੀ ਰੇਤ ਨੂੰ ਮੁੱਠੀ 'ਚ ਫੜ ਲਵੇ ਤੇ ਹੌਲੀ ਹੌਲੀ ਆਪੇ ਰਿਸਕ ਜਾਂਦੀ, ਆਪੇ ਸਿਰਕ ਜਾਂਦੀ ਆ। ਇਸੇ ਤਰ੍ਹਾਂ ਹੀ ਇਹ ਸਾਰਾ ਸੰਸਾਰ ਜਿਹੜਾ ਆਪਣੇ ਆਪ ਹੀ ਸਿਰਕਦਾ ਰਹਿੰਦਾ। ਕੋਈ ਵੀ ਨਵੀਂ ਚੀਜ਼ ਲੈ ਆਓ, ਏਜੰਸੀ 'ਚੋਂ ਗੱਡੀ ਕਢਾ ਲਓ, ਕੋਠੀ ਹੋਵੇ, ਕੋਈ ਕੱਪੜਾ ਹੋਵੇ, ਕੋਈ ਰੋਟੀ ਹੋਵੇ, ਇਸਤਰੀ ਹੋਵੇ, ਕੋਈ ਵੀ ਸਮਾਨ ਹੋਵੇ, ਹੌਲੀ ਹੌਲੀ ਪੁਰਾਣਾ ਹੋ ਜਾਂਦਾ। ਤਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਭਾਈ ਹੌਲੀ ਹੌਲੀ ਕਰਕੇ ਇਹ ਸਭ ਕੁਝ ਪੁਰਾਣਾ ਹੋ ਜਾਂਦਾ। ਇਹ ਅਮਰ ਹੋਣ ਵਾਲੀ ਨਹੀਂ ਹੈਗੀ। ਤੋ ਸਾਧ ਸੰਗਤ, ਇਹ ਜਿਹੜਾ ਸੰਸਾਰ ਆ, ਇਹਦਾ ਜਿਹੜਾ ਰਹਿਣ ਵਾਲਾ ਜੀਵ ਆ, ਇਹ ਸੰਸਾਰ ਦੇ ਮਾਇਆਵੀ ਝੰਬੇਲਿਆਂ ਦੇ ਵਿੱਚ ਫਸ ਗਿਆ, ਮੋਹ ਮਮਤਾ 'ਚ ਫਸ ਗਿਆ ਔਰ ਆਪਣੇ ਅਸਲੀ ਸਰੂਪ ਨੂੰ ਭੁੱਲ ਗਿਆ ਕਿ ਭਾਈ ਮੈਂ ਕਰਨਾ ਕੀ ਸੀਗਾ ਔਰ ਕਰਨ ਕੀ ਆਇਆ ਸੀਗਾ, ਕੀ ਕਰਨਾ ਸੀਗਾ ਤੇ ਕੀਤਾ ਕੀ ਆ। ਮਹਾਰਾਜ ਕਹਿੰਦੇ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮੰਨੇ ਬਸੇਰਾ। ਜਿਸ ਕੰਮ ਨੂੰ ਤੂੰ ਕਰਨ ਆਇਆ ਸੀਗਾ ਉਹ ਤਾਂ ਕੀਤਾ ਨਹੀਂ, ਹੋਰ ਦੇ ਹੋਰ ਹੀ ਭਾਈ ਕਰਦਾ ਰਿਹਾ ਤੂੰ, ਹੋਰ ਦੇ ਹੋਰ ਹੀ ਤੂੰ ਕਰਦਾ ਰਿਹਾ, ਉਹ ਤੇਰੇ ਲੇਖੇ ਦੇ ਵਿੱਚ ਨਹੀਂ ਆਏ। ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛੋ ਕਿ ਮਹਾਰਾਜ ਜੀ ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया। की कर्म कमाया तुद सरीरा जां तू जग में आया। जिन हर तेरा रचन रचिया सो हर मन ना ਵਸਾਇਆ। ਇਹ ਆਪਣੇ ਮਨ ਨੂੰ ਪੁੱਛਣਾ ਚਾਹੀਦਾ ਕਿ ਭਾਈ ਇਹ ਸਰੀਰ ਤੂੰ ਧਾਰ ਕੇ ਤੇ ਤੂੰ ਕੀ ਕਰਨ ਆਇਆ ਸੀਗਾ, ਕੀ ਕਮਾਈ ਕੀਤੀ ਆ। ਇਹ ਸਰੀਰਾ ਮੇਰਿਆ ਇਸ ਜੱਗ में ਆਏ ਕਿ ਕਿਆ ਤੁਧ ਕਰਮ ਕਮਾਇਆ। ਤੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਭਾਈ ਜਿਹੜਾ ਬੇਕੀਮਤੀ ਸਮਾਂ ਸੀਗਾ ਉਹ ਪਰਮਾਤਮਾ ਜੀ ਦੇ ਨਾਮ ਤੋਂ ਬਗੈਰ ਵਿਅਰਥ ਗਿਆ। ਸਵਾਸਾਂ ਦੀ ਪੂੰਜੀ ਦਿੱਤੀ ਸੀਗੀ, ਉਹ ਸਵਾਸਾਂ ਦੀ ਪੂੰਜੀ ਵਿਅਰਥ ਗਈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਆ ਕਿ ਔਦ ਘਟਤ ਹੈ ਨੀਤ। ਹੁਣ ਔਦ ਕਹਿੰਦੇ ਨੇ ਉਮਰ ਨੂੰ। ਉਮਰ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਘਟ ਰਹੀ ਆ। ਇਹ ਸੰਸਾਰ ਦੇ ਵਿੱਚ ਕੋਈ ਵੀ ਸਰੀਰ ਅਮਰ ਨਹੀਂ ਹੁੰਦਾ। ਜੋ ਸੰਸਾਰ ਦੇ ਵਿੱਚ ਆਇਆ ਉਹਨੇ ਇੱਕ ਦਿਨ ਚਲੇ ਹੀ ਜਾਣਾ, ਪਰ ਉਮਰ ਵਧਾਈ ਜਾ ਸਕਦੀ ਹੈ। ਮਹਾਰਾਜ ਕਹਿੰਦੇ ਕਿ ਸ਼ੁੱਧ ਸਾਤਵਿਕ ਭੋਜਨ ਖਾਓ, ਚੰਗਾ ਵਿਚਾਰ ਰੱਖੋ, ਕਿਉਂਕਿ ਅੰਨ ਦਾ ਤੇ ਤਨ ਦਾ ਅਨੋਮਈ ਕੋਸ਼ ਔਰ ਤਨੋਮਈ ਕੋਸ਼, ਜਿੱਦਾਂ ਦਾ ਅੰਨ ਖਾਏਗਾ ਉੱਦਾਂ ਦਾ ਇਹਦਾ ਮਨ ਹੋ ਜਾਏਗਾ, ਔਰ ਜਿੱਦਾਂ ਦਾ ਮਨ ਹੋਵੇਗਾ ਉੱਦਾਂ ਦਾ ਹੀ ਤਨ ਹੋ ਜਾਏਗਾ। ਇਹੋ ਹੀ ਮਹਾਰਾਜ ਇੱਥੇ ਉਪਦੇਸ਼ ਕਰਦੇ ਆ
ਕਿ ਭਾਈ ਸਵਾਸਾਂ ਦੀ ਪੂੰਜੀ ਜਿਹੜੀ ਪ੍ਰਮਾਤਮਾ ਜੀ ਨੇ ਦਿੱਤੀ ਹੋਈ ਆ, ਉਹ ਸਵਾਸ ਵੱਧ ਘੱਟ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਬੈਠਤ 12 ਚਲਤ 18 ਸੋਵਤ ਬੀਤੇ 30 ਮੈਥਨ ਮੇ 64 ਬੀਤੇ ਕਿਉਂ ਨਾ ਭਜੇ ਜਗਦੀਸ਼। ਕਹਿੰਦੇ ਕਿ ਬੈਠ ਕੇ ਜਦੋਂ ਪ੍ਰਮਾਤਮਾ ਦਾ ਨਾਮ ਜਪਦਾ ਵਾ ਤੇ 12 ਸਵਾਸ 1 ਮਿੰਟ ਦੇ ਵਿੱਚ ਖਪਤ ਹੁੰਦੇ ਆ, ਤੇ ਜਦੋਂ ਤੁਰਿਆ ਫਿਰਦਾ ਉਦੋਂ 18 ਸਵਾਸ 1 ਮਿੰਟ 'ਚ ਖਪਤ ਹੁੰਦੇ ਆ, ਜਦੋਂ ਸੌਂ ਜਾਂਦਾ ਉਦੋਂ 30 ਸਵਾਸ 1 ਮਿੰਟ 'ਚ ਖਪਤ ਹੋ ਜਾਂਦੇ ਆ, ਤੇ ਜਦੋਂ ਵਿਸ਼ੇ ਵਿਕਾਰ ਕਰਦਾ ਵਾ ਉਦੋਂ ਫਿਰ 64 ਸਵਾਸ 1 ਮਿੰਟ 'ਚ ਖਪਤ ਹੋ ਜਾਂਦੇ ਆ। ਹੁਣ ਜਦੋਂ 64 ਸਵਾਸ 1 ਮਿੰਟ 'ਚ ਖਪਤ ਹੋਣਗੇ ਤੇ ਆਪਣੇ ਆਪ ਹੀ ਪੂੰਜੀ ਬਹੁਤ ਛੇਤੀ ਸਵਾਸਾਂ ਦੀ ਖਤਮ ਹੋਣੀ ਹੈ। ਤੇ ਜੇ ਬਹਿ ਕੇ ਸ਼ਾਂਤ ਚਿੱਤ ਹੋ ਕੇ ਨਾਮ ਜਪੂਗਾ ਤੇ ਆਪੇ ਹੀ ਹੌਲੀ ਹੌਲੀ ਸਵਾਸ ਜਾਣੇ ਆ ਤੇ ਉਮਰ ਲੰਮੀ ਹੋ ਜਾਣੀ ਆ। ਇਸੇ ਕਰਕੇ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਨੇ ਕਿ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਤੇ ਕੌਡੀ ਬਦਲੇ ਜਾਏ। ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਸਾਧ ਸੰਗਤ ਜਦੋਂ ਦਿਨੇ ਤਮੋ ਗੁਣੀ ਭੋਜਨ ਖਾਊਗਾ ਤੇ ਉਹਦੇ ਨਾਲ ਫਿਰ ਗ੍ਰਿਸ਼ਟ ਭੋਜਨ ਜਿਹਨੂੰ ਕਹਿੰਦੇ ਨੇ, ਤਲਿਆ ਭੁੱਜਿਆ ਸੜਿਆ ਮਿਰਚ ਮਸਾਲੇ ਵਾਲਾ, ਉਹਦੇ ਨਾਲ ਫਿਰ ਇਹਨੂੰ ਆਲਸ ਆਏਗਾ ਤੇ ਰਾਤ ਨੂੰ ਨੀਂਦ ਜ਼ਿਆਦਾ ਆਊਗੀ, ਭੋਗਾਂ ਦੇ ਵਿੱਚ ਸਮਾਂ ਜ਼ਿਆਦਾ ਬਤੀਤ ਹੋਏਗਾ। ਦਿਨੇ ਕਹਿੰਦੇ ਤੂੰ ਖਾਣ ਦੇ ਉੱਤੇ ਸਮਾਂ ਲਾ ਛੱਡਿਆ ਤੇ ਰਾਤ ਨੂੰ ਸੌਣ ਤੇ ਲਾ ਛੱਡਿਆ, ਇਸੇ ਦੇ ਨਾਲ ਹੀ ਤੇਰੀ ਉਮਰ ਜਿਹੜੀ ਸੀ ਉਹ ਬਤੀਤ ਹੋ ਗਈ। ਸੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਹੀ ਉਪਦੇਸ਼ ਕਰਦੇ ਆ ਕਿ ਭਾਈ ਇਹ ਜਿਹੜਾ ਜੀਵਨ ਆ ਇਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਨੇ ਕਿਰਪਾ ਕਰਕੇ ਦਿੱਤਾ ਵਾ। ਇਹਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਇਹੋ ਹੀ ਸਭ ਤੇ ਉੱਤਮ ਕਰਮ ਆ। ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਤੋ ਕਹਿੰਦੇ ਕਿ 2 ਵਿਅਕਤੀ ਟ੍ਰੇਨ ਦੇ ਵਿੱਚ ਰੇਲ ਗੱਡੀ ਦੇ ਵਿੱਚ ਸਫ਼ਰ ਕਰਨ ਦੇ ਹੀ ਤੇ ਇੱਕ ਦੂਸਰੇ ਨੂੰ ਪੁੱਛਣ ਲੱਗਿਆ ਕਿ ਭਾਈ ਸਾਹਿਬ ਕਿੱਥੋਂ ਆਏ ਆ? ਉਹਦਾ ਮੈਂ ਦਿੱਲੀੋਂ ਆਇਆ ਵਾਂ। ਅੱਛਾ, ਕਹਿੰਦਾ ਮੈਂ ਵੀ ਦਿੱਲੀੋਂ ਹੀ ਆਇਆ ਵਾਂ, ਪਰ ਦਿੱਲੀ ਬਹੁਤ ਲੰਮੀ ਚੌੜੀ ਆ, ਤੁਸੀਂ ਕਿਹੜੇ ਮੁਹੱਲੇ 'ਚੋਂ ਆਏ ਆ? ਉਹਨੇ ਆਖਿਆ ਮੈਂ ਫਲਾਣੇ ਟਾਊਨ ਤੋਂ ਆਇਆ। ਕਹਿੰਦਾ ਮੈਂ ਵੀ ਉਸੇ ਟਾਊਨ ਤੋਂ ਆਇਆ ਵਾਂ। ਤੇ ਫਿਰ ਤੁਸੀਂ ਕਿਹੜੇ ਫਲੈਟ 'ਚ ਰਹਿੰਦੇ ਆ? ਉਹਨੇ ਆਖਿਆ ਇੰਨੇ ਨੰਬਰ ਫਲੈਟ ਦੇ ਵਿੱਚ ਰਹਿੰਦੇ ਆ। ਉਹ ਕਹਿੰਦਾ ਮੈਂ ਵੀ ਉਸੇ ਹੀ ਫਲੈਟ ਦੇ ਵਿੱਚ ਰਹਿੰਦਾ ਵਾਂ। ਤੇ ਫਿਰ ਉਹ ਕਹਿੰਦਾ ਕਿ ਉਸ ਫਲੈਟ ਦੇ ਕਿਹੜੀ ਕੋਠੀ ਨੰਬਰ 'ਚ ਰਹਿੰਦੇ ਆ? ਉਹਨੇ ਦੱਸਿਆ ਕਿ ਇੰਨੇ ਨੰਬਰ ਕੋਠੀ ਦੇ ਵਿੱਚ ਮੈਂ ਰਹਿਣਾ। ਤੇ ਉਹ ਕਹਿੰਦਾ ਮੈਂ ਵੀ ਉਸੇ ਹੀ ਨੰਬਰ ਵਾਲੀ ਕੋਠੀ 'ਚ ਰਹਿਣਾ ਵਾਂ। ਤੇ ਕੋਲ ਜਿਹੜੇ ਖੜੋਤੇ ਸੀਗੇ, ਬੈਠੇ ਸੀ ਜਿਹੜੇ ਲੋਕ ਸੁਣਨ ਦੇ ਸੀਗੇ, ਉਹ ਆਖਣ ਲੱਗੇ ਕਿ ਭਾਈ ਸਾਹਿਬ ਜਦੋਂ ਤੁਸੀਂ ਇੱਕੋ ਹੀ ਸ਼ਹਿਰ 'ਚ ਰਹਿੰਦੇ ਆ, ਇੱਕੋ ਹੀ ਮੁਹੱਲੇ 'ਚ ਰਹਿੰਦੇ ਆ, ਇੱਕੋ ਹੀ ਤੁਸੀਂ ਹਾਊਸ ਵਿੱਚ ਰਹਿੰਦੇ ਆ, ਘਰ ਦੇ ਵਿੱਚ ਰਹਿੰਦੇ ਆ, ਫਿਰ ਤੁਸੀਂ ਇੱਕ ਦੂਸਰੇ ਨੂੰ ਪਛਾਣਦੇ ਕਿਉਂ ਨਹੀਂ ਗਏ? ਤੇ ਉਹ ਆਖਣ ਲੱਗੇ ਕਿ ਦਰਅਸਲ ਗੱਲ ਇੱਦਾਂ ਕਿ ਅਸੀਂ ਪਿਓ ਪੋਤੇ ਹਾਂ। ਆਂਦੇ ਪਿਓ ਪੋਤੇ ਫਿਰ ਤੁਸੀਂ ਇੱਦਾਂ ਕਰਦੇ? ਆਂਦੇ ਅਸੀਂ ਟਾਈਮ ਪਾਸ ਕਰਨ ਵਾਸਤੇ ਇਸ ਤਰ੍ਹਾਂ ਕਰਦੇ ਹਾਂ, ਅਸੀਂ ਹੈ ਪਿਓ ਪੋਤੇ ਪਰ ਟਾਈਮ ਪਾਸ ਕਰਨ ਵਾਸਤੇ ਅਸੀਂ ਇੱਦਾਂ ਕਰਦੇ ਹਾਂ। ਸੋ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਟਾਈਮ ਪਾਸ ਸੰਸਾਰ ਦੀਆਂ ਗੱਲਾਂ ਫੋਕੀਆਂ ਕਰਕੇ ਨਹੀਂ ਕਰਨਾ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਇਹਦਾ ਫਿੱਕਾ ਬੋਲ ਕੇ ਐਵੇਂ ਗੱਲਾਂ ਬਾਤਾਂ ਕਰਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਮਹਾਰਾਜ ਦੀ ਬਾਣੀ ਪੜ੍ਹਨੀ ਚਾਹੀਦੀ ਆ, ਨਾਮ ਜਪਣਾ ਚਾਹੀਦਾ, ਸੇਵਾ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ, ਭਲਾ ਪਰਉਪਕਾਰ ਕਰਨਾ ਚਾਹੀਦਾ ਤੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਵਾ। ਮਹਾਰਾਜ ਕਹਿੰਦੇ ਨੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।